ਹੈਲੋ एवरीवन ਗਿਲਸ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ 64 ਦੇਖਾਂਗੇ। ਅੱਜ ਅਸੀਂ MCQs ਦੀ ਕੁਝ ਪ੍ਰੈਕਟਿਸ ਕਰਾਂਗੇ। ਅੱਜ ਮੈਂ 10 ਕੁਐਸਚਨਸ ਲੈ ਕੇ ਆਇਆ। ਠੀਕ ਹੈ, ਮੈਂ ਚਾਹੁੰਦਾ ਤੁਹਾਡੇ 10 ਦੇ 10 ਵਿੱਚੋਂ ਠੀਕ ਹੋਣੇ ਚਾਹੀਦੇ ਹੈ। ਠੀਕ ਹੈ, ਇੰਨੇ ਵੀ ਔਖੇ ਨਹੀਂ ਹੈ। ਠੀਕ ਹੈ, ਸੋ ਮੈਂ ਚਾਹੁੰਦਾ ਕਿ ਮੈਂ ਜਿੰਨਾ ਤੁਹਾਨੂੰ ਰਿਵੀਜ਼ਨ ਜਿੰਨਾ ਤੁਹਾਨੂੰ ਕਰਾਇਆ ਉਸ ਬਿਹਾਫ 'ਤੇ ਤਾਂ ਤੁਹਾਡੇ ਸਾਰੇ ਦੇ ਸਾਰੇ ਠੀਕ ਹੋਣੇ ਚਾਹੀਦੇ ਹੈ। ਕਮੈਂਟ ਜ਼ਰੂਰ ਕਰਿਓ ਕਿ ਕਿਸੇ ਕਿੰਨੇ ਠੀਕ ਨੇ। ਠੀਕ ਹੈ, ਅਤੇ ਜੇ ਕੋਈ ਪ੍ਰੋਬਲਮ ਆਵੇ ਤਾਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ। ਠੀਕ ਹੈ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਤੁਹਾਨੂੰ ਈ-ਬੁੱਕਸ ਪ੍ਰੋਵਾਈਡ ਕੀਤੇ ਜਾ ਰਹੇ ਨੇ, ਟੈਸਟ ਸੀਰੀਜ਼ ਪ੍ਰੋਵਾਈਡ ਕੀਤੇ ਜਾ ਰਹੇ ਨੇ। ਠੀਕ ਹੈ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ। ਹੁਣ ਤਾਂ ਪੰਜਾਬ ਪਟਵਾਰੀ ਲਈ ਪੇਡ ਕੋਰਸ ਵੀ ਅਵੇਲੇਬਲ ਹੈ। ਠੀਕ ਹੈ, ਜਿਹੜੇ ਬੱਚੇ ਚਾਹਵਾਨ ਹਨ, ਜਿਨ੍ਹਾਂ ਨੂੰ ਸਟਰਕਚਰ 'ਚ ਸਭ ਕੁਝ ਚਾਹੀਦਾ ਹੈ, ਠੀਕ ਹੈ, ਉਹ ਵੀ ਬੱਚੇ ਜਾ ਕੇ ਖਰੀਦ ਸਕਦੇ ਹਨ। ਉਹਨਾਂ ਨੂੰ 200 ਪਲੱਸ ਵੀਡੀਓ ਲੈਕਚਰਸ ਮਿਲਣਗੇ। ਠੀਕ ਹੈ, ਮੌਕ ਟੈਸਟ ਮਿਲਣਗੇ 150 ਤੋਂ। ਠੀਕ ਹੈ, ਟੋਪਿਕ ਵਾਈਜ਼ ਟੈਸਟ ਮਿਲਣਗੇ, ਸੈਕਸ਼ਨਲ PDF ਐਂਡ ਸੋਲੂਸ਼ਨ ਮਿਲਣਗੇ, ਈ-ਬੁੱਕ ਮਿਲੇਗੀ। ਠੀਕ ਹੈ ਫਰੈਂਡਸ, ਸਾਰਾ ਕੁਝ ਇਸ ਵਿੱਚ ਅਵੇਲੇਬਲ ਹੋ ਜਾਏਗਾ। ਠੀਕ ਹੈ, ਅਤੇ ਮੇਰਾ ਰੈਫਰਲ ਕੋਡ ਅਪਲਾਈ ਕਰਕੇ ਤੁਹਾਨੂੰ 5% ਡਿਸਕਾਊਂਟ ਵੀ ਮਿਲ ਸਕਦਾ। ਇਹ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਵਿੱਚ ਅਵੇਲੇਬਲ ਕਰਾ ਦਾਂਗਾ। ਠੀਕ ਹੈ, ਸੋ ਤਿਆਰ ਰਹੋ। ਪਹਿਲਾ ਕੁਐਸਚਨ ਹੈ, ਦੀ ਡੈਪਰੀਸ਼ੀਏਸ਼ਨ ਸਟਾਰਟ ਔਨ ਦਾ ਮਸ਼ੀਨ ਫਰੋਮ ਦੀ ਡੇਟ। ਜਿਹੜੀ ਡੈਪਰੀਸ਼ੀਏਸ਼ਨ ਹੈ ਕਦੋਂ ਸਟਾਰਟ ਹੁੰਦੀ ਹੈ ਮਸ਼ੀਨ 'ਤੇ? ਜਦ ਅਸੀਂ ਇੰਸਟਾਲ ਕਰਦੇ ਹਾਂ, ਜਦ ਅਸੀਂ ਪਰਚੇਸ ਕਰਦੇ ਹਾਂ, ਜਦ ਅਸੀਂ ਪੁੱਟ ਟੂ ਯੂਜ਼ ਕਰਦੇ ਹਾਂ, ਜਾਂ ਨਨ ਆਫ ਦੀ ਅਬਵ? ਕਿਹੜਾ ਆਪਸ਼ਨ ਠੀਕ ਹੈ ਇਹਨਾਂ 'ਚੋਂ? ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ। ਇਹਦਾ ਆਂਸਰ ਕੀ ਆ ਜਾਏਗਾ? ਸੀ ਆਪਸ਼ਨ। ਜਦ ਅਸੀਂ ਉਹਨੂੰ ਪੁੱਟ ਟੂ ਯੂਜ਼ ਕਰਦੇ ਹਾਂ, ਡੈਪਰੀਸ਼ੀਏਸ਼ਨ ਸਟਾਰਟ ਔਨ ਦਾ ਮਸ਼ੀਨ ਫਰੋਮ ਦੀ ਡੇਟ ਇਟ ਪੁੱਟ ਟੂ, ਜਦੋਂ ਆਪਾਂ ਉਹਨੂੰ ਯੂਜ਼ ਕਰਨਾ ਸਟਾਰਟ ਕਰਦੇ ਹਾਂ। ਬਿਕੋਜ਼ ਓਨਲੀ ਵੈਨ ਇਟ ਪੁੱਟ ਟੂ ਯੂਜ਼ ਰੈਵਨਿਊ ਵਿਲ ਸਟਾਰਟ ਫਲੋਇੰਗ ਫਰੋਮ ਦੀ ਯੂਜ਼ ਆਫ ਮਸ਼ੀਨ। ਕਹਿੰਦੇ ਜਦੋਂ ਅਸੀਂ ਮਸ਼ੀਨ ਨੂੰ ਸਟਾਰਟ ਕਰਨਾ ਸ਼ੁਰੂ ਕਰਦੇ ਹਾਂ, ਉਦੋਂ ਤਾਂ ਸਾਡਾ ਰੈਵਨਿਊ ਫਲੋ ਹੁੰਦਾ ਉਸ ਤੋਂ। ਠੀਕ ਹੈ, ਮਸ਼ੀਨ ਦੀ ਹੈਲਪ ਨਾਲ ਤਾਂ ਆਪਾਂ ਰੈਵਨਿਊ ਜਨਰੇਟ ਕਰ ਪਾਉਂਦੇ ਹਾਂ, ਤਾਂ ਉਦੋਂ ਹੀ ਤਾਂ ਉਸਦੇ ਉੱਪਰ ਡੈਪਰੀਸ਼ੀਏਸ਼ਨ ਲੱਗੇਗੀ ਨਾ। ਠੀਕ ਹੈ ਨਾ, ਜਦੋਂ ਉਸ ਤੋਂ ਆਪਾਂ ਰੈਵਨਿਊ ਜਨਰੇਟ ਕਰਨ ਦੀ ਕੋਸ਼ਿਸ਼ ਕਰਾਂਗੇ, ਉਸ ਵਕਤ ਹੀ ਆਪਾਂ ਉਸਦੇ ਉੱਪਰ ਡੈਪਰੀਸ਼ੀਏਸ਼ਨ ਲਗਾ ਪਾਵਾਂਗੇ। ਠੀਕ ਹੈ, ਜਦ ਉਹ ਯੂਜ਼ ਕਰਨ ਦੇ ਵਕਤ 'ਚ ਆ ਜਾਏ। ਜੇ ਮਸ਼ੀਨ ਲਿਆ ਕੇ ਖੜੀ ਕਰ ਦਈਏ, ਠੀਕ ਹੈ, ਉਸਦਾ ਕੋਈ ਫਾਇਦਾ ਨਹੀਂ। ਠੀਕ ਹੈ, ਅਗਲਾ ਕੁਐਸਚਨ ਹੈ, ਇਨਵੈਂਟਰੀ ਕੀ ਹੈ ਦੱਸੋ? ਇੰਕਲੂਡਿੰਗ ਇਨ ਦ ਕੈਟਾਗਰੀ ਆਫ ਦੀ ਫਿਕਸਡ ਐਸਟ ਹੈ, ਇਨਵੈਸਟਮੈਂਟ ਹੈ, ਅ ਪਾਰਟ ਆਫ ਕਰੰਟ ਐਸਟ ਹੈ, ਇੰਟੈਂਜੀਬਲ ਫਿਕਸਡ ਐਸਟ ਹੈ। ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ। ਇਹਦਾ ਕੀ ਆਂਸਰ ਆ ਜਾਏਗਾ? ਸੀ ਆਪਸ਼ਨ। ਇਹ ਇੱਕ ਪਾਰਟ ਹੈ ਕਰੰਟ ਐਸਟ ਦਾ। ਇਨਵੈਂਟਰੀ ਕਦੀ ਵੱਧਦੀ ਹੈ ਅਤੇ ਕਦੀ ਘਟਦੀ ਹੈ। ਸੋ ਇਹ ਕਿਹਦਾ ਪਾਰਟ ਹੈ? ਕਰੰਟ ਐਸਟ ਦਾ। ਅਗਲਾ ਕੁਐਸਚਨ ਹੈ, ਬੈਲੈਂਸ ਐਜ਼ ਪਰ ਬੈਲੈਂਸ ਐਜ਼ ਪਰ ਪਾਸਬੁੱਕ। ਯਾਦ ਹੈ ਨਾ ਤੁਹਾਨੂੰ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ? ਸੋ ਜੇ ਰਿਵੀਜ਼ਨ ਹੈ ਤਾਂ ਇਹਦਾ ਆਂਸਰ ਅਸੀਂ ਆਰਾਮ ਨਾਲ ਦੇ ਪਾਓਗੇ। ਬੈਲੈਂਸ ਐਜ਼ ਪਰ ਪਾਸਬੁੱਕ 50,000 ਰੁਪਏ ਦਿੱਤਾ ਹੋਇਆ ਕਿ ਬੈਲੈਂਸ ਦਿੱਤਾ ਹੋਇਆ ਪਾਸਬੁੱਕ ਦਾ। ਠੀਕ ਹੈ, ਆਪਾਂ ਰਿਕਨਸਾਈਲੇਸ਼ਨ ਸਟੇਟਮੈਂਟ ਬਣਾ ਰਹੇ ਹਾਂ। ਠੀਕ ਹੈ, ਪਾਸਬੁੱਕ ਦੇ ਬਿਹਾਫ 'ਤੇ ਬਣਾ ਰਹੇ ਹਾਂ। ਵੈਸੇ ਆਪਾਂ ਕੈਸ਼ਬੁੱਕ ਦਾ ਬੈਲੈਂਸ ਲੈਣੇ ਹੁੰਦੇ ਹਾਂ, ਮਗਰ ਉਰੇ ਪਾਸਬੁੱਕ ਦਾ ਬੈਲੈਂਸ ਦਿੱਤਾ ਹੋਇਆ। ਠੀਕ, ਇਸ ਦਾ ਮਤਲਬ ਆਪਣਾ ਟਾਰਗੇਟ ਕੀ ਹੈ? ਆਪਾਂ ਨੇ ਬੈਲੈਂਸ ਕਿਹਦੇ ਨਾਲ ਮਿਲਾਉਣਾ ਹੈ? ਕੈਸ਼ਬੁੱਕ ਨਾਲ ਮਿਲਾਉਣਾ। ਠੀਕ ਹੈ, ਤਾਂ ਉਰੇ ਦੱਸਿਆ ਕਿ ਜਿਹੜਾ 5,000 ਰੁਪਏ ਮੈंने ਡਾਇਰੈਕਟਲੀ ਡਿਪੋਜ਼ਿਟ ਕਰਾਤਾ ਬਾਈ ਦੀ ਕਸਟਮਰ ਇਨਟੂ ਦਾ ਬੈਂਕ। ਠੀਕ ਹੈ, 5,000 ਰੁਪਇਆ ਕਸਟਮਰ ਨੇ ਸਿੱਧਾ ਬੈਂਕ 'ਚ ਡਿਪੋਜ਼ਿਟ ਕਰਾਤਾ ਮੇਰੇ। ਤਾਂ ਦੱਸੋ ਬੈਲੈਂਸ ਐਜ਼ ਪਰ ਕੈਸ਼ਬੁੱਕ ਉਸ ਟਾਈਮ ਕਿੰਨਾ ਹੋਏਗਾ? 52,000, 55,000, 45,000, 40,000? ਕਿੰਨਾ ਹੋਣਾ ਚਾਹੀਦਾ? ਮਤਲਬ ਹੋਏਗਾ ਨਹੀਂ, ਕਿੰਨਾ ਹੋਣਾ ਚਾਹੀਦਾ? ਕਿਉਂਕਿ 5,000 ਰੁਪਏ ਡਾਇਰੈਕਟਲੀ ਡਿਪੋਜ਼ਿਟ ਕਰਾਇਆ ਕਸਟਮਰ ਨੇ ਬੈਂਕ ਵਿੱਚ, ਤਾਂ ਮੇਰਾ ਬੈਲੈਂਸ ਜੇ ਮੈਂ ਪਾਸਬੁੱਕ ਦੇ ਬਿਹਾਫ 'ਤੇ ਸੋਚਾਂ ਤਾਂ ਕਿੰਨਾ ਹੋਣਾ ਚਾਹੀਦਾ? 52,000, 55,000, 45,000, 40,000? अपना टारगेट की है कि अपने बैंक की पासबुक ना मिलाना है। ठीक है, मगर जो स्टेटमेंट के हिसाब से अपने कैशबुक ना मिलाना है। ठीक है ना, तो उस हिसाब से सानू की करना चाहिए सी दसो?
ਇਹਦਾ ਆਂਸਰ ਆ ਜਾਏਗਾ ਸੀ ਆਪਸ਼ਨ। ਕੀ ਆ ਜਾਏਗਾ 45,000 ਆ ਜਾਏਗਾ। ਕਿਉਂ 45,000 ਆਏਗਾ? ਕਿਉਂਕਿ 5,000 ਰੁਪਏ ਤਾਂ ਡਾਇਰੈਕਟਲੀ ਕਸਟਮਰ ਨੇ ਡਿਪੋਜ਼ਿਟ ਕਰਾਇਆ ਨਾ, ਕਸਟਮਰ ਨੇ ਡਿਪੋਜ਼ਿਟ ਕਰਾਇਆ। ਕੈਸ਼ ਬੁੱਕ ਨੂੰ ਥੋੜ੍ਹਾ ਪਤਾ ਇਸ ਚੀਜ਼ ਦਾ, ਠੀਕ ਹੈ ਨਾ। ਜਿਹੜਾ ਕੈਸ਼ ਬੁੱਕ ਦਾ ਬੈਂਕ ਕੋਲਮ ਹੈ ਉਸ ਨੂੰ ਥੋੜ੍ਹਾ ਪਤਾ ਹੈ ਕਿ ਉੱਥੇ ਬੈਂਕ 'ਚ ਕੀ ਚੱਲ ਰਿਹਾ ਹੈ। ਬੈਂਕ 'ਚ ਜਿਹੜਾ ਕਸਟਮਰ ਨੇ ਸਿੱਧਾ ਉਹ ਜਾ ਕੇ 5,000 ਰੁਪਏ ਡਿਪੋਜ਼ਿਟ ਕਰਾਤਾ। ਸੋ ਵੈਨ ਅ ਅਮਾਊਂਟ ਇਜ਼ ਡਾਇਰੈਕਟਲੀ ਡਿਪੋਜ਼ਿਟ ਬਾਈ ਇਨ ਦਾ ਬੈਂਕ ਦ ਪਾਸਬੁੱਕ ਰਿਕਾਰਡ ਸੱਚ ਅਮਾਊਂਟ ਬਟ ਇਟ ਮੇ ਨੋਟ ਬੀ ਹੈਵ ਰਿਕਾਰਡਡ ਇਨ ਦਾ ਕੈਸ਼ ਬੁੱਕ। ਉਸ ਵੇਲੇ ਕੈਸ਼ ਬੁੱਕ 'ਚ ਕੋਈ ਰਿਕਾਰਡ ਨਹੀਂ ਹੋਏਗਾ। ਸੋ ਕੈਸ਼ ਬੁੱਕ ਤਾਂ ਘੱਟ ਹੀ ਦਿਖਾਏਗਾ, ਰਿਡਿਊਸਡ ਬੈਲੈਂਸ ਹੀ ਦਿਖਾਏਗਾ, ਠੀਕ ਹੈ ਫਰੈਂਡਸ। ਸੋ ਬੈਲੈਂਸ ਐਜ਼ ਪਰ ਪਾਸਬੁੱਕ 50,000, ਠੀਕ ਹੈ, ਲੈਸ ਅਮਾਊਂਟ ਡਾਇਰੈਕਟਲੀ ਡਿਪੋਜ਼ਿਟ ਇਨ ਦਾ ਬੈਂਕ 5,000, ਠੀਕ ਹੈ। ਤਾਂ ਬੈਲੈਂਸ ਐਜ਼ ਪਰ ਕੈਸ਼ ਬੁੱਕ ਕਿੰਨਾ ਆ ਜਾਏਗਾ 45,000, ਠੀਕ ਹੈ। ਅਗਲਾ ਕੁਐਸਚਨ ਹੈ ਕ੍ਰੈਡਿਟ ਇਨ ਦਾ ਬੈਂਕ ਪਾਸਬੁੱਕ। ਕ੍ਰੈਡਿਟ ਬੈਲੈਂਸ ਇਨ ਦਾ ਬੈਂਕ ਪਾਸਬੁੱਕ ਰੀਪ੍ਰਜੈਂਟ ਕੀ ਕਰਦਾ ਹੈ? ਅਕਾਊਂਟ ਹੋਲਡਰ ਲਈ ਕੀ ਰੀਪ੍ਰਜੈਂਟ ਕਰਦਾ ਜੇ ਕ੍ਰੈਡਿਟ ਬੈਲੈਂਸ ਹੋਵੇ ਪਾਸਬੁੱਕ ਵਿੱਚ? ਯਾਦ ਰੱਖਿਓ ਪਾਸਬੁੱਕ ਵਿੱਚ। ਦੱਸੋ ਲਾਇਬਿਲਿਟੀ, ਐਸੈਟ, ਰਿਜ਼ਰਵ, ਪ੍ਰੋਵੀਜ਼ਨ। ਇਹਦਾ ਆਂਸਰ ਆ ਜਾਏਗਾ, ਕੀ ਆ ਜਾਏਗਾ ਇਹਦਾ ਆਂਸਰ ਦੱਸੋ? ਇੱਕ ਤਰ੍ਹਾਂ ਨਾਲ ਐਸੈਟ ਹੋਏਗਾ, ਠੀਕ ਹੈ, ਕਿਉਂਕਿ ਪਾਸਬੁੱਕ ਦੀ ਗੱਲ ਕਰ ਰਹੇ ਹੋ ਤੁਸੀਂ। ਕਦੀ ਵੀ ਪਾਸਬੁੱਕ ਤੁਸੀਂ ਦੇਖਿਓ ਜਿਹੜੀ ਤੁਹਾਨੂੰ ਬੈਂਕ ਪਾਸਬੁੱਕ ਦਿੰਦਾ ਨਾ, ਉਸ 'ਚ ਕਦੀ ਵੀ ਦੇਖਿਓ ਜੇ ਤੁਸੀਂ ਪੈਸਾ ਕੋਈ ਜਮ੍ਹਾਂ ਕਰਾਉਂਦੇ ਹੋ ਨਾ, ਉਹ ਤੁਹਾਡਾ ਪੈਸਾ ਹਮੇਸ਼ਾ ਕ੍ਰੈਡਿਟ 'ਚ ਦਿਖਾਏਗਾ, ਹਮੇਸ਼ਾ ਕ੍ਰੈਡਿਟ 'ਚ ਦਿਖਾਏਗਾ, ਠੀਕ ਹੈ। ਜੇ ਇਹੀ ਪੈਸਾ ਅਸੀਂ ਆਪਣੀ ਕੈਸ਼ ਬੁੱਕ 'ਚ ਦੇਖੀਏ, ਆਪਣੀ ਓਨਰ ਦੀ ਕੈਸ਼ ਬੁੱਕ ਵਿੱਚ ਬੈਂਕ ਕੋਲਮ 'ਚ, ਤਾਂ ਹਮੇਸ਼ਾ ਉਹ ਡੈਬਿਟ ਬੈਲੈਂਸ ਦਿਖਾਏਗਾ, ਹਮੇਸ਼ਾ ਉਹਦਾ ਓਪੋਜ਼ਿਟ ਹੋਏਗਾ, ਠੀਕ ਹੈ। ਸੋ ਹਮੇਸ਼ਾ ਧਿਆਨ ਰੱਖਣਾ, ਠੀਕ ਹੈ। ਜੇ ਪਾਸਬੁੱਕ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕ੍ਰੈਡਿਟ ਬੈਲੈਂਸ ਮਤਲਬ ਫੇਵਰੇਬਲ ਬੈਲੈਂਸ, ਠੀਕ ਹੈ। ਜੇ ਇਸ ਤੋਂ ਉਲਟ ਕੈਸ਼ ਬੁੱਕ ਦੀ ਗੱਲ ਕੀਤੀ ਜਾਂਦੀ ਕ੍ਰੈਡਿਟ ਬੈਲੈਂਸ ਤਾਂ ਅਨਫੇਵਰੇਬਲ ਬੈਲੈਂਸ, ਠੀਕ ਹੈ। ਜੇ ਉਰੇ ਡੈਬਿਟ ਬੈਲੈਂਸ ਦੀ ਗੱਲ ਕੀਤੀ ਜਾਂਦੀ ਐਜ਼ ਪਰ ਪਾਸਬੁੱਕ ਤਾਂ ਵੀ ਅਨਫੇਵਰੇਬਲ ਬੈਲੈਂਸ, ਠੀਕ ਹੈ। ਜੇ ਉਰੇ ਡੈਬਿਟ ਬੈਲੈਂਸ ਦੀ ਗੱਲ ਕੀਤੀ ਜਾਂਦੀ ਕੈਸ਼ ਬੁੱਕ ਦੇ ਮੁਤਾਬਿਕ ਤਾਂ ਕੀ ਹੁੰਦਾ ਫੇਵਰੇਬਲ ਬੈਲੈਂਸ, ਠੀਕ ਹੈ। ਹਮੇਸ਼ਾ ਧਿਆਨ ਰੱਖਣਾ। ਲਾਇਬਿਲਿਟੀ ਮਤਲਬ ਦੇਣਦਾਰੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਕਰੰਟ ਲਾਇਬਿਲਿਟੀ, ਲੌਂਗ ਟਰਮ ਲਾਇਬਿਲਿਟੀ। ਕਰੰਟ ਵਿੱਚ ਕੀ ਆ ਜਾਂਦਾ? ਬਿਲਸ ਪੇਬਲ ਆ ਜਾਂਦੇ ਆ, ਸ਼ੋਰਟ ਟਰਮ ਲੋਨਸ ਆ ਜਾਂਦੇ ਆ, ਠੀਕ ਹੈ। ਲੌਂਗ ਟਰਮ 'ਚ ਕੀ ਆ ਜਾਂਦਾ? ਵੱਡੇ ਲੋਨ ਆ ਜਾਂਦੇ ਆ, ਠੀਕ ਹੈ, ਲੌਂਗ ਟਰਮ ਲੋਨ ਆ ਜਾਂਦੇ ਆ, ਠੀਕ ਹੈ ਫਰੈਂਡਸ। ਬੈਂਕ ਲੋਨ ਹੋ ਗਿਆ ਜਿਵੇਂ, ਠੀਕ ਹੈ। ਪ੍ਰੋਵੀਜ਼ਨ ਕੀ ਹੁੰਦੀ ਹੈ? ਕਿਸੇ ਵੀ ਚੀਜ਼ ਲਈ ਪ੍ਰੋਵੀਜ਼ਨ ਬਣਾ ਲੈਣਾ ਸ਼ੁਰੂਆਤ ਵਿੱਚ ਹੀ, ਤਾਂ ਕਿ ਉਸਦੀ ਲਾਇਬਿਲਿਟੀ ਪੇ ਕਰਨੀ ਆਸਾਨ ਹੋ ਜਾਵੇ, ਠੀਕ ਹੈ। ਕੋਈ ਰਿਜ਼ਰਵ ਕ੍ਰੀਏਟ ਕਰਨਾ, ਠੀਕ ਹੈ, ਆਪਣੇ ਪ੍ਰੋਫਿਟ ਵਿੱਚੋਂ ਕੁਛ ਪ੍ਰੋਫਿਟ ਰਿਜ਼ਰਵ 'ਚ ਪਾ ਦੇਣਾ, ਠੀਕ ਹੈ, ਇਹ ਉਸ ਨੂੰ ਕਹਿੰਦੇ ਨੇ ਐਸੈਟ। ਪਤਾ ਹੀ ਹੈ ਇਹ ਐਸੈਟ ਦਾ ਪਾਰਟ ਕਿਉਂ ਹੈ ਕ੍ਰੈਡਿਟ ਬੈਲੈਂਸ ਇਨ ਪਾਸਬੁੱਕ? ਕਿਉਂਕਿ ਫੇਵਰੇਬਲ ਬੈਲੈਂਸ ਹੈ, ਠੀਕ ਹੈ। ਬੈਂਕ ਹਮੇਸ਼ਾ ਕੀ ਹੁੰਦਾ ਹੈ? ਕਰੰਟ ਐਸੈਟ ਹੁੰਦਾ, ਤਾਂ ਹਮੇਸ਼ਾ ਉਹ ਐਸੈਟ ਦਾ ਪਾਰਟ ਰਹੇਗਾ ਹਮੇਸ਼ਾ, ਠੀਕ ਹੈ। ਅਗਲਾ ਕੁਐਸਚਨ ਹੈ 50,000 ਰਿਸੀਵ ਫਰੋਮ ਦੀ ਰਮੇਸ਼ ਇਜ਼ ਕ੍ਰੈਡਿਟ ਇਨ ਦਾ ਅਕਾਊਂਟ ਆਫ ਸੁਰੇਸ਼, ਇਟ ਇਜ਼ ਦ ਐਰਰ ਆਫ। ਦੱਸੋ ਉਰੇ ਐਰਰ ਦੀ ਗੱਲ ਕੀਤੀ ਹੈ, ਉਰੇ रेक्टिफिकेशन ऑफ एरर। 50,000 रुपये मैंने रमेश से की नाम है 50,000 रुपये मैंने रमेश ਤੋਂ रिसीव किया, मगर मैंने उन्होंने क्रेडिट करता, किन्नू क्रेडिट करता? रमेश की जगह सुरेश ਨੂੰ क्रेडिट करता। यानी कि कैश अकाउंट डेबिटेड टू रमेश होना सी, ठीक है, बट मैंने किन्नू क्रेडिट करता? इसकी जगह सुरेश ਨੂੰ क्रेडिट करता। तो दसो किस तरह का मैंने गलती की है? ये हो जाएगी मेरी गलती। किस तरह की गलती है? कमीशन एरर, ठीक है, क्लैरिकल एरर। कोई भी गलती ऐसी रोंग अमाउंट पाती, ठीक है, रोंग टोटलिंग करती, रोंग पोस्टिंग करती, ठीक है फ्रेंड्स। केड़ा ऑप्शन आ जाएगा? सी ऑप्शन। अगला क्वेश्चन है सैलरीज पेड की 5,000 दी शोन इन द क्रेडिट साइड ऑफ द ट्रायल बैलेंस। सैलरीज पे की मैंने उन्होंने क्रेडिट साइड दिखा दिया ट्रायल बैलेंस में, तो दसो इन द टोटल ऑफ द ट्रायल बैलेंस डेबिट साइड वाली शोट कितना घट जाएगा? दसो 5,000 ਨਾਲ 10,000 ਨਾਲ 5,000 ਨਾਲ 10,000 ਨਾਲ, ਸੌਰੀ ਸੀ ਆਪਸ਼ਨ 'ਚ ਕਿਹਾ ਕਿ ਵੱਧ ਜਾਏਗਾ 5,000 ਨਾਲ ਜਾਂ 10,000 ਨਾਲ ਵੱਧ ਜਾਏਗਾ। ਪਹਿਲੇ ਦੋ ਆਪਸ਼ਨਾਂ 'ਚ ਕਿਹਾ ਕਿ 5,000 ਨਾਲ ਘੱਟ ਜਾਏਗਾ ਅਤੇ ਦੂਜੇ 'ਚ ਕਿਹਾ ਕਿ 10,000 ਨਾਲ ਘਟੇਗਾ। ਕਿਹੜਾ ਆਪਸ਼ਨ ਠੀਕ ਹੈ? ਕਿਉਂਕਿ ਸੈਲਰੀ ਪੇਡ ਕੀਤੀਆਂ 5,000 ਨਾਲ, ਮਗਰ ਉਹਨੂੰ ਕਿੱਥੇ ਦਿਖਾਇਆ ਆਪਾਂ ਨੇ? ਕ੍ਰੈਡਿਟ ਸਾਈਡ ਦਿਖਾਇਆ ਟਰਾਈ ਬੈਲੈਂਸ 'ਤੇ। ਤਾਂ ਦੱਸੋ ਜਿਹੜਾ ਟੋਟਲ ਆਫ ਦੀ ਟਰਾਈ ਬੈਲੈਂਸ ਹੈ ਦੋਨੋਂ ਸਾਈਡ ਦਾ
ਤਾਂ ਉਸ ਵਿੱਚੋਂ ਡੈਬਿਟ ਸਾਈਡ ਦੇ ਵਿੱਚ ਕਿੰਨਾ ਸ਼ੋਰਟ ਹੋ ਜਾਏਗਾ, ਕਿੰਨਾ ਘਟ ਜਾਏਗਾ। ਇਹਦਾ ਆਂਸਰ ਆ ਜਾਏਗਾ ਬੀ ਆਪਸ਼ਨ। ਇਹਦਾ ਆਂਸਰ ਕਿੰਨਾ ਆ ਜਾਏਗਾ, ਬੀ ਆਪਸ਼ਨ। 10,000 ਕਿਵੇਂ ਆਏਗਾ, ਆਪਾਂ ਪੜ੍ਹ ਲੈਂਦੇ ਹਾਂ। ਠੀਕ ਹੈ, ਸਾਨੂੰ ਪਤਾ ਕਿ ਸੈਲਰੀ ਜਿਹੜੀ ਪੇਡ ਕਰਦੇ ਆ ਇਹ ਹਮੇਸ਼ਾ ਡੈਬਿਟ ਹੁੰਦੀ ਹੈ। ਠੀਕ ਹੈ, ਹਮੇਸ਼ਾ ਡੈਬਿਟ ਬੈਲੈਂਸ ਹੁੰਦਾ। ਕਿਉਂ ਹੁੰਦਾ ਡੈਬਿਟ ਬੈਲੈਂਸ, ਕਿਉਂਕਿ ਆਪਾਂ ਰੂਲ ਪੜ੍ਹਿਆ ਡੈਬਿਟ ਆਲ ਐਕਸਪੈਂਸਿਸ ਨੋਮੀਨਲ ਅਕਾਊਂਟ ਦਾ ਰੂਲ ਪੜ੍ਹਿਆ ਨਾ, ਡੈਬਿਟ ਆਲ ਐਕਸਪੈਂਸਿਸ ਐਂਡ ਲੋਸਿਸ, ਤਾਂ ਸੈਲਰੀ ਹਮੇਸ਼ਾ ਡੈਬਿਟ ਬੈਲੈਂਸ ਹੋਏਗੀ। ਠੀਕ ਹੈ, ਤਾਂ 5,000 ਰੁਪਇਆ ਇੱਕ ਤਰ੍ਹਾਂ ਦਾ ਐਕਸਪੈਂਸ ਹੈ, ਤਾਂ ਨੀਡਸ ਟੂ ਬੀ ਡੈਬਿਟਡ ਤੇ ਵਿੱਚ ਕੋਜ਼ ਦੀ ਸ਼ੋਰਟਫਾਲ ਆਫ ਦੀ ਡੈਬਿਟ ਸਾਈਡ। ਠੀਕ ਹੈ, ਡੈਬਿਟ ਹੋਣਾ ਚਾਹੀਦਾ ਸੀ ਤਾਂ ਸ਼ੋਰਟਫਾਲ ਹੋ ਗਿਆ 5,000 ਨਾਲ। ਔਨ ਅਦਰ ਹੈਂਡ ਇਸ ਅਮਾਊਂਟ ਇਜ਼ ਰੋਂਗਲੀ ਕ੍ਰੈਡਿਟਡ, ਇਹਨੂੰ ਕ੍ਰੈਡਿਟ ਕਰਤੀ ਅਮਾਊਂਟ ਨੂੰ। ਠੀਕ ਹੈ, ਜੇ ਇਹਨੂੰ ਕ੍ਰੈਡਿਟ ਕਰਤੀ, ਠੀਕ ਹੈ, ਤਾਂ ਮੈਨੂੰ ਪਹਿਲੇ ਤਾਂ ਮੈंने ਗਲਤੀ ਨਾਲ ਕ੍ਰੈਡਿਟ ਕਰਤੀ ਉਹਨੂੰ, ਇਹਨੂੰ ਪਹਿਲਾਂ ਸਹੀ ਕਰਨਾ ਪਏਗਾ। ਇਹਨੂੰ ਸਹੀ ਕਰਨ ਲਈ ਕੀ ਕਰਾਂਗਾ, ਜੇ ਕ੍ਰੈਡਿਟ 'ਚ ਪਾਈ ਇਹਨੂੰ ਡੈਬਿਟ 'ਚ ਪਾ ਕੇ ਇਹਨੂੰ ਮੈਂ ਕੈਂਸਲ ਕਰਾਂਗਾ। ਠੀਕ ਹੈ, ਇਹਨੂੰ ਮੈਂ ਕੈਂਸਲ ਕਰਾਂਗਾ ਨਹੀਂ ਕਰਾਂਗਾ। ਜੇ ਮੈਂ ਕ੍ਰੈਡਿਟ ਸਾਈਡ 'ਤੇ ਵੱਧ ਦਿਖਾਤੀ, ਇਸ ਦਾ ਮਤਲਬ ਇਸ ਸਾਈਡ ਦਾ ਕ੍ਰੈਡਿਟ ਸਾਈਡ ਦਾ ਬੈਲੈਂਸ ਮੇਰਾ ਵੱਧ ਹੋ ਗਿਆ। ਠੀਕ ਹੈ, ਇਹਨੂੰ ਮੈਂ ਕੈਂਸਲ ਕਰਾਂਗਾ, ਇਹਨੂੰ ਕੈਂਸਲ ਕਰਨ ਮੈਨੂੰ ਕੱਟਾਂਗਾ ਥੋੜ੍ਹਾ, ਇਹਨੂੰ ਕੈਂਸਲ ਕਰਕੇ ਮੈਂ ਡੈਬਿਟ ਸਾਈਡ 'ਤੇ ਪਾ ਦਾਂਗਾ ਤਾਂ ਕਿ ਇਕੁਅਲ ਹੋ ਗਿਆ ਅਤੇ ਕੈਂਸਲ ਹੋ ਗਿਆ। ਹੁਣ ਮੈਂ ਅਸਲੀ ਐਂਟਰੀ ਪਾਵਾਂਗਾ, ਜਿਹੜੀ ਸੈਲਰੀ ਪੇਡ ਕੀਤੀ ਸੀ ਮੈंने 5,000 ਨਾਲ, ਤਾਂ ਟੋਟਲ ਮੈंने ਕਿੰਨਾ ਸ਼ੋਰਟਫਾਲ ਹੋ ਗਿਆ, ਟੋਟਲ ਸ਼ੋਰਟਫਾਲ ਕਿੰਨਾ ਹੋ ਗਿਆ, 10,000 ਦਾ ਹੋ ਗਿਆ। ਠੀਕ ਹੈ, ਉਹੀ ਕਿਹਾ ਗਿਆ ਕਿ ਔਰ ਔਨ ਦਾ ਅਦਰ ਸਾਈਡ ਅਮਾਊਂਟ ਇਜ਼ ਰੋਂਗਲੀ ਕ੍ਰੈਡਿਟ ਡੈਟ ਦਾ ਕ੍ਰੈਡਿਟ ਸਾਈਡ ਆਫ ਦੀ ਟ੍ਰਾਇਲ ਬੈਲੈਂਸ ਇਜ਼ ਇੰਕਰੀਜ਼ਡ ਬਾਏ 5,000 ਇੰਕਰੀਜ਼ ਹੋ ਗਿਆ, ਤਾਂ ਮੈਂ ਟੋਟਲ ਡੈਬਿਟ ਸਾਈਡ ਆਫ ਟ੍ਰਾਇਲ ਬੈਲੈਂਸ ਕਿੰਨਾ ਸ਼ੋਰਟ ਹੋ ਜਾਏਗਾ, 10,000 ਨਾਲ। 5,000 ਪਲੱਸ 5,000। ਠੀਕ ਹੈ, ਅਗਲਾ ਕੁਐਸਚਨ ਹੈ ਵਿਡਰਾਲ ਕਾਲਮ ਆਫ ਦੀ ਪਾਸਬੁੱਕ, ਵਿਡਰਾ ਕਾਲਮ ਆਫ ਦੀ ਪਾਸਬੁੱਕ ਸ਼ੋ ਦੀ ਰੋਂਗ ਐਂਟਰੀ ਇਜ਼ 112, ਤਾਂ ਵੈਨ ਦਾ ਬੈਲੈਂਸ ਐਜ਼ ਪਰ ਕੈਸ਼ ਬੁੱਕ ਇਜ਼ ਦਾ ਸਟਾਰਟਿੰਗ ਪੁਆਇੰਟ, ਦੱਸੋ। ਇਹਨੂੰ ਐਡ ਕਰਾਂ 112 ਨਾਲ, ਜਾਂ 112 ਨਾਲ ਸਬਟਰੈਕਟ ਕਰਾਂਗਾ, ਜਾਂ ਨੋਟ ਐਡਜਸਟਮੈਂਟ ਇਸ ਰਿਕੁਆਇਰਡ ਕਰਾਂਗਾ, ਨਨ ਆਫ ਦਿਸ ਕਰਾਂਗਾ। ਕਿਹੜੀ ਆਪਸ਼ਨ ਲਗਾਵਾਂਗਾ। ਇਹਦਾ ਆਂਸਰ ਆ ਜਾਏਗਾ ਬੀ ਆਪਸ਼ਨ। ਕੀ ਆ ਜਾਏਗਾ, ਬੀ ਆਪਸ਼ਨ। ਮੈਂ 112 ਨੂੰ ਸਬਟਰੈਕਟ ਕਰਾਂਗਾ ਆਪਣੀ ਕੈਸ਼ ਬੁੱਕ ਦੇ ਬੈਲੈਂਸ ਦੇ ਹਿਸਾਬ ਸਿਰ। ਠੀਕ ਹੈ, 112 ਨੀਡ ਟੂ ਸਬਟਰੈਕਟਡ ਵਾਈਲ ਪ੍ਰੀਪੇਇੰਗ ਦੀ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਦ ਬੈਲੈਂਸ ਐਜ਼ ਪਰ ਪਾਸਬੁੱਕ। ਠੀਕ ਹੈ, ਅਗਲਾ ਕੁਐਸਚਨ ਹੈ which of the following statement is incorrect? Bank reconciliation statement is the statement reconcile the balance as shown by the bank passbook and the balance as shown in the by the cash book. Passbook is a copy of the firm account with the bank. Favorable balance as per cash book means credit balance in the bank column of the cash book. In case of the overdraft, as per the passbook is taken as the starting point if it should be put in the minus column of the BRS. ਦੱਸੋ ਇਹ 'ਚ ਕਿਹੜੀ ਸਟੇਟਮੈਂਟ ਇਨਕੋਰੈਕਟ ਹੈ, ਤੁਹਾਨੂੰ ਮੈਂ ਸਾਰਾ ਸਮਝਾਇਆ ਹੋਇਆ। ਇਹ ਆਂਸਰ ਆ ਜਾਏਗਾ ਸੀ ਆਪਸ਼ਨ। ਠੀਕ ਹੈ, ਇਹ ਕਿਉਂ ਗਲਤ ਹੈ, ਉਰੇ ਕੀ ਕਹਿ ਰਿਹਾ ਹੈ ਕਿ ਫੇਵਰੇਬਲ ਬੈਲੈਂਸ ਐਜ਼ ਪਰ ਕੈਸ਼ ਬੁੱਕ ਮੀਨਸ ਕ੍ਰੈਡਿਟ ਬੈਲੈਂਸ ਇਨ ਦਾ ਬੈਂਕ ਕਾਲਮ ਆਫ ਦੀ ਕੈਸ਼ ਬੁੱਕ। ਜੇ ਕੈਸ਼ ਬੁੱਕ ਦੇ ਮੁਤਾਬਿਕ ਆਪਾਂ ਸੋਚੀਏ ਜੇ ਫੇਵਰੇਬਲ ਬੈਲੈਂਸ ਹੈ ਤਾਂ ਉਹ ਕ੍ਰੈਡਿਟ ਬੈਲੈਂਸ ਨਹੀਂ ਹੋਏਗਾ, ਉਹ ਡੈਬਿਟ ਬੈਲੈਂਸ ਹੋਏਗਾ ਹਮੇਸ਼ਾ। ਠੀਕ ਹੈ, ਜੇ ਉਰੇ ਪਾਸਬੁੱਕ ਲਿਖਿਆ ਹੁੰਦਾ ਨਾ ਤਾਂ ਇਹ ਸਟੇਟਮੈਂਟ ਠੀਕ ਹੁੰਦੀ। ਠੀਕ ਹੈ, ਸੋ ਉਰੇ ਸੀ ਆਪਸ਼ਨ ਆਏਗਾ। ਫੇਵਰੇਬਲ ਬੈਲੈਂਸ ਐਜ਼ ਪਰ ਦਾ ਕੈਸ਼ ਬੁੱਕ ਮੀਨਸ ਡੈਬਿਟ ਬੈਲੈਂਸ ਇਨ ਦਾ ਬੈਂਕ ਕਾਲਮ ਆਫ ਦੀ ਕੈਸ਼ ਬੁੱਕ। ਉਰੇ ਪਾਸਬੁੱਕ ਦੀ ਗੱਲ ਹੁੰਦੀ ਤਾਂ ਆਪਾਂ ਕਹਿ ਸਕਦੇ ਸੀ ਕਿ ਇਹ ਸਟੇਟਮੈਂਟ ਬਿਲਕੁਲ ਠੀਕ ਹੈ, ਬਟ ਇਹਲੀ ਸਟੇਟਮੈਂਟ ਸੌਰੀ ਇਹ ਸਟੇਟਮੈਂਟ। ਠੀਕ ਹੈ, ਅਗਲਾ ਕੁਐਸਚਨ ਹੈ ਅੰਡਰ ਦਿਸ ਮੈਥਡ ਇੱਕ ਸਟੇਟਮੈਂਟ ਦਿੱਤੀ ਹੋਈ ਹੈ, ਇੱਕ ਸਟੋਰੀ ਬਣਾ ਕੇ ਦਿੱਤੀ ਹੋਈ ਹੈ, ਤੁਸੀਂ ਉਹਦੇ ਜਾਣਨਾ ਕੀ ਕਹਿਣਾ ਚਾਹ ਰਹੇ ਹੋ। ਦ ਐਨੂਅਲ ਚਾਰਜ ਆਫ ਦੀ ਡੈਪਰੀਸੀਏਸ਼ਨ ਡਿਕਰੀਜ਼ਿਜ਼ ਫਰੋਮ ਈਅਰ ਟੂ ਈਅਰ। ਠੀਕ ਹੈ, ਜਿਹੜਾ ਐਨੂਅਲ ਚਾਰਜ ਕਰ ਰਹੇ ਨੇ ਡੈਪਰੀਸੀਏਸ਼ਨ ਜਿਹੜੀ ਵੈਲਿਊ ਹੈ ਉਹਦੇ ਉੱਪਰ ਜਿਹੜਾ ਚਾਰਜ ਕਰ ਰਹੇ ਆਪਾਂ ਡੈਪਰੀਸੀਏਸ਼ਨ ਉਹ ਹਰੇਕ ਸਾਲ ਘਟਦਾ ਜਾ ਰਿਹਾ ਹੈ। ਸੋ ਡੈਟ ਦਾ ਬਰਡਨ ਆਫ ਦੀ ਬੈਨੀਫਿਟਸ ਆਫ ਦੀ ਲੇਟਰ ਈਅਰਸ ਆਰ ਸ਼ੇਅਰਡ ਬਾਏ ਦਾ ਅਰਲੀਅਰ ਈਅਰਸ। So also under this method the value of the asset can never be completely existed. ठीक है, the other advantage of this method is that the total charge to the revenue is uniform. When the depreciation is high, repair are negligible, and as the repair increase the burden of the depreciation get the lesser and lesser. ਦੱਸੋ ਇਹ ਕਿਹੜਾ ਮੈਥਡ ਹੋਇਆ।
ਇਸ ਮੈਥਡ ਦੇ ਅੰਦਰ ਇਸ ਤਰ੍ਹਾਂ ਦਾ ਹਾਲ ਇਸ ਤਰ੍ਹਾਂ ਹੁੰਦਾ ਹੈ ਇੱਕ ਐਸਿਡ ਉੱਪਰ। ਮੈਂ ਆਪਸ਼ਨ ਦਿੰਦਾ ਤੁਹਾਨੂੰ, ਕਿਹੜਾ ਮੈਥਡ ਹੋ ਸਕਦਾ ਹੈ। ਵੈਸੇ ਪਹਿਲੇ ਲਾਈਨ 'ਚ ਸਮਝ ਆ ਰਿਹਾ ਹੈ, ਤਾਂ ਤੁਸੀਂ ਤਾਂ ਵੀ ਦੱਸ ਸਕਦੇ ਹੋ। ਸਿੰਕਿੰਗ ਫੰਡ ਹੋਏਗਾ, ਰਿਟਨ ਡਾਊਨ ਵੈਲਿਊ ਮੈਥਡ ਹੋਏਗਾ, ਐਨੂਟੀ ਮੈਥਡ ਹੋਏਗਾ, ਸਟੇਟਮੈਂਟ ਮੈਥਡ ਹੋਏਗਾ। ਇਹਦਾ ਆंसर आ जाएगा बी ऑप्शन। ਕਿਹੜਾ ਮੈਥਡ ਹੈ, ਰਿਟਨ ਡਾਊਨ ਵੈਲਿਊ ਮੈਥਡ ਹੈ। ਠੀਕ ਹੈ, ਕਿਉਂਕਿ ਆਪਾਂ ਪੜ੍ਹੇ ਹੈ, ਆਪਾਂ ਉਹਦੇ ਐਕਸਪਲੇਨ ਕੀਤਾ ਮੈਨੇ। ਠੀਕ ਹੈ, ਰਿਟਨ ਡਾਊਨ ਵੈਲਿਊ ਮੈਥਡ ਹੈਜ਼ ਅਡੋਪਟਡ ਐਜ਼ ਅ ਗਿਵਨ ਕੇਸ। ਇਸ ਕੇਸ ਵਿੱਚ ਆਪਾਂ ਰਿਟਨ ਡਾਊਨ ਵੈਲਿਊ ਮੈਥਡ ਹੀ ਯੂਜ਼ ਕਰਾਂਗੇ। ਇਹਨੂੰ ਆਪਾਂ ਰਿਡਿਊਸਿੰਗ ਮੈਥਡ ਵੀ ਕਹਿੰਦੇ ਹਾਂ, ਠੀਕ, ਉਹ ਡਿਮਿਨਿਸ਼ਿੰਗ ਬੈਲੈਂਸ ਮੈਥਡ ਵੀ ਕਹਿੰਦੇ ਹਾਂ। ਅੰਡਰ ਦਿਸ ਮੈਥਡ ਡੈਪਰੇਸ਼ਨ ਇਜ਼ ਕੈਲਕੂਲੇਟਡ ਔਨ, ਡੈਪਰੇਸ਼ਨ ਕਿਸੇ ਕੈਲਕੂਲੇਟਡ ਹੁੰਦਾ ਫਿਕਸਡ ਪਰਸੈਂਟੇਜ ਹੁੰਦੀ ਹੈ ਈਚ ਈਅਰ ਔਨ ਦਾ ਡਿਕਰੀਜ਼ਿੰਗ ਬੁੱਕ। ਯਾਦ ਰੱਖਿਓ ਹਮੇਸ਼ਾ ਡਿਕਰੀਜ਼ਿੰਗ ਬੁੱਕ ਵੈਲਿਊ ਉੱਪਰ, ਕਾਮਨਲੀ ਨੋਨ ਹੈਜ਼ ਅ ਰਿਟਨ ਡਾਊਨ ਵੈਲਿਊ ਮੈਥਡ। ਇਸ ਵਿੱਚ ਪਰਸੈਂਟੇਜ ਤਾਂ ਫਿਕਸ ਹੁੰਦੀ ਹੈ, ਮਗਰ ਤੇ ਕਿਸ ਦੇ ਉੱਪਰ ਕੈਲਕੂਲੇਟ ਹੁੰਦਾ ਹੈ, ਡਿਕਰੀਜ਼ਿੰਗ ਬੁੱਕ ਵੈਲਿਊ ਉੱਪਰ। ਦ ਯੂਜ਼ ਆਫ ਦੀ ਬੁੱਕ ਵੈਲਿਊ ਬਾਈ ਦਾ ਬੈਲੈਂਸ ਬਰੋਡ ਫਾਰਵਰਡ ਫਰੋਮ ਦੀ ਪ੍ਰੀਸ਼ੀਅਸ ਈਅਰ। ਜੋ ਪ੍ਰੀਸ਼ੀਅਸ ਈਅਰ ਦਾ ਬੈਲੈਂਸ ਹੁੰਦਾ ਉਹ ਅਗਲੇ ਸਾਲ ਫਾਰਵਰਡ ਹੋ ਜਾਂਦਾ। ਠੀਕ ਹੈ, ਐਂਡ ਫਿਕਸ ਰੇਟ ਆਫ ਡੈਪਰੀਸ਼ੀਏਸ਼ਨ ਇਜ਼ ਰਿਜ਼ਲਟਿੰਗ ਇਨ ਡਿਕਰੀਜ਼ਿੰਗ ਡੈਪਰੀਸ਼ੀਏਸ਼ਨ। ਤੇ ਜੇ ਫਾਰਵਰਡ ਕਰਕੇ ਚੱਲੀਏ ਹਰੇਕ ਸਾਲ ਦਾ ਬੈਲੈਂਸ, ਤਾਂ ਉਸ ਹਿਸਾਬ ਸੇ ਸੋਚੀਏ ਤਾਂ ਡੈਪਰੀਸ਼ੀਏਸ਼ਨ ਦੀ ਵੈਲਿਊ ਘਟਦੀ ਜਾਏਗੀ ਓਵਰ ਦਾ ਲਾਈਫ ਸਪੈਨ ਆਫ ਦਾ ਐਸੈਟ। ਠੀਕ ਹੈ, ਵਾਈਲ ਅਪਲਾਈਂਗ ਦਿਸ ਡੈਪਰੀਸ਼ੀਏਸ਼ਨ ਤਾਂ ਰੇਟ ਦਾ ਬੋਥ ਦੀ ਸੈਲਵੇਜ ਐਂਡ ਸਕ੍ਰੈਪ ਵੈਲਿਊ ਐਂਡ ਰਿਮੂਵਲ ਕੋਸਟ ਆਰ ਇਗਨੋਰਡ। ਠੀਕ ਹੈ, ਤਾਂ ਇਟ ਇਜ਼ ਨੋਟ ਪੋਸੀਬਲ ਟੂ ਰਿਡਿਊਸ ਦੀ ਬੁੱਕ ਵੈਲਿਊ ਆਫ ਦੀ ਜ਼ੀਰੋ। ਇਸ ਵਿੱਚ ਇਹ ਪੋਸੀਬਲ ਨਹੀਂ ਹੈ ਕਿ ਬੁੱਕ ਵੈਲਿਊ ਜ਼ੀਰੋ ਹੋ ਜਾਵੇ, ਬਟ ਇਟ ਕੈਨ ਬੀ ਰਿਡਿਊਸਡ ਕਲੋਜ਼ ਟੂ ਦਾ ਸੇਲਵੇਜ ਵੈਲਿਊ। ਬਟ ਇਹ ਰਿਡਿਊਸ ਹੋ ਸਕਦੀ ਹੈ ਸੇਲਵੇਜ ਵੈਲਿਊ ਤੱਕ ਐਂਡ ਦ ਐਂਡ ਆਫ ਦੀ ਯੂਸਫੁਲ ਲਾਈਫ। ਠੀਕ ਹੈ, ਅਜਰਾ ਲਾਸਟ ਕੁਐਸਚਨ। ਪ੍ਰੋਮਿਸਰੀ ਨੋਟ ਇਜ਼ ਡਰਾਨ ਬਾय ਇਨ ਫੇਵਰ ਆਫ, ਦੱਸੋ। ਡਰੋਅਰ ਐਂਡ ਡਰੋਈ, ਡਰੋਅਰ ਐਂਡ ਪੇਈ, ਮੇਕਰ ਐਂਡ ਪੇਈ, ਪੇਅਰ ਐਂਡ ਪੇਈ, ਦੱਸੋ। ਇਹਦਾ ਆंसर ਆ ਜਾਏਗਾ सी ऑप्शन। ठीक है, मेकर एंड पेई। परमिजी नोट इज ड्रॉन बाय इन फेवर ऑफ पेई। परमिजी नोट इज ड्रॉन बाय मेकर इन फेवर ऑफ पेई। ठीक है, ਸੋ ਅੱਜ ਦੇ 10 ਕੁਐਸਚਨ ਸੀ। ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਕਮੈਂਟ ਸੈਕਸ਼ਨ ਵਿੱਚ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਠੀਕ ਹੈ, ਅੱਜ ਮੈਂ ਤੁਹਾਡੇ ਤੋਂ ਕੋਈ ਕੁਐਸਚਨ ਨਹੀਂ ਪੁੱਛਿਆ, ਬਸ ਇਸ ਦਾ ਮਤਲਬ ਇਹ ਨਹੀਂ ਤੁਸੀਂ ਕਮੈਂਟ ਨਹੀਂ ਕਰਨਾ। ਕਮੈਂਟ ਕਰਕੇ ਮੈਨੂੰ ਦੱਸਣਾ ਹੈ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਨੇ। ਠੀਕ ਹੈ, ਸੋ ਹਮੇਸ਼ਾ ਆਪਣਾ ਧਿਆਨ ਰੱਖਿਓ। ਪਰਸੋਂ ਜਿਹੜਾ ਲੈਕਚਰ ਆਏਗਾ ਉਸ ਵਿੱਚ ਮੈਂ ਇੱਕ ਪ੍ਰੀਵੀਅਸ ਈਅਰ ਇੱਕ ਰੂਲ ਸਮਝਾਵਾਂਗਾ ਜਿਹੜਾ ਮੋਸਟ ਇੰਪੋਰਟੈਂਟ ਸੀ, ਗੋਲਡਨ ਰੂਲ। ਠੀਕ ਹੈ, ਗੋਲਡਨ ਰੂਲਸ। ਠੀਕ ਹੈ, ਯਾਦ ਆ ਨਾ, ਉਹ ਮੈਂ ਇੱਕ ਵਾਰੀ ਦੁਬਾਰਾ ਸਮਝਾਵਾਂਗਾ। ਠੀਕ ਹੈ, ਕਈ ਬੱਚੇ ਨੂੰ ਹਲੇ ਵੀ ਪ੍ਰੋਬਲਮ ਹੋ ਸਕਦੀ ਹੈ, ਤਾਂ ਮੈਂ ਇੱਕ ਵਾਰੀ ਦੁਬਾਰਾ ਸਮਝਾਵਾਂਗਾ। ਠੀਕ ਹੈ, ਆਉਣ ਵਾਲੇ ਲੈਕਚਰ ਵਿੱਚ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ। ਠੀਕ ਹੈ, ਅਤੇ ਮੈਂ ਰੈਫਰਲ ਕੋਡ ਅਪਲਾਈ ਦੇਵਾਂਗਾ ਕਮੈਂਟ ਸੈਕਸ਼ਨ ਵਿੱਚ। ਠੀਕ ਹੈ, ਉਸ ਨੂੰ ਅਪਲਾਈ ਕਰਕੇ ਤੁਸੀਂ ਕੁਝ ਵੀ ਖਰੀਦੋ, ਤੁਹਾਨੂੰ 5% ਡਿਸਕਾਊਂਟ ਮਿਲੇਗਾ। ਠੀਕ ਹੈ, ਅਪਲਾਈ ਕਰਕੇ ਕੁਝ ਵੀ ਖਰੀਦੋ। ਠੀਕ ਹੈ, ਸੋ ਥੈਂਕ ਯੂ, ਟੇਕ ਕੇਅਰ।